ਰੰਜੂ ਜੀ, ਮੈਂ ਤੁਹਾਨੂੰ ਆਮੰਤਰਿਤ ਕਰਾਂਗੀ ਇਸ ਮੰਚ ਤੇ ਕਿ ਤੁਸੀਂ ਆਪਣੀ ਇਸ ਪੁਸਤਕ ਰੈੱਡ ਕਾਰਪੇਟ ਬਾਰੇ ਸਾਨੂੰ ਸਾਰਿਆਂ ਨੂੰ ਜਾਣਕਾਰੀ ਦਿਓ। ਮੈਂ ਬੁੱਕ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਹੁਣੇ ਕਿਸੇ ਨੇ ਇੱਕ ਮੈਜੋਰਿਟੀ ਔਰ ਮਾਈਨੋਰਿਟੀ ਦੀ ਗੱਲ ਕੀਤੀ ਸੀਗੀ। ਸਰ, ਇਸ ਦੇਸ਼ ਦੀ ਜਾਂ ਇਹ ਕਹੋ ਕਿ ਹਿੰਦੂਆਂ ਦੀ ਟ੍ਰੈਜੇਡੀ ਇਹ ਵੀ ਹੈ ਕਿ ਜਿਹੜੀ ਸਟੇਟ ਚੋਂ ਮਾਈਨੋਰਿਟੀ ਨੂੰ ਉੱਥੇ ਮਾਈਨੋਰਿਟੀ ਦਾ ਸਟੇਟਸ ਨਹੀਂ ਦਿੱਤਾ ਗਿਆ। ਕੇਰਲ, ਕਸ਼ਮੀਰ, ਪੰਜਾਬ, ਨੌਰਥ ਈਸਟ, ਇੱਥੇ ਹਿੰਦੂ ਮਾਈਨੋਰਿਟੀ 'ਚ ਹੈ, ਲੇਕਿਨ ਕਿਉਂਕਿ ਉਹ ਸਟੇਟ ਸਬਜੈਕਟ ਨਹੀਂ ਹੈਗਾ, ਇਸ ਲਈ ਹਿੰਦੂਆਂ ਨੂੰ ਕਿਤੇ ਵੀ ਮਾਈਨੋਰਿਟੀ ਦਾ ਸਟੇਟਸ ਨਹੀਂ ਹੈ। ਮਾਈਨੋਰਿਟੀ ਦਾ ਸਟੇਟਸ ਨਾ ਹੋਣ ਕਰਕੇ ਜਿਹੜੇ ਪਾਰਟਿਕੂਲਰਲੀ ਪੰਜਾਬ 'ਚ ਔਰ ਜਿੱਥੇ ਵੀ ਉਹ ਮਾਈਨੋਰਿਟੀ 'ਚ ਹੈਗੇ ਹੈ, ਕੈਨ ਯੂ ਹੀਅਰ ਮੀ? ਜਿੱਥੇ ਵੀ ਉਹ ਮਾਈਨੋਰਿਟੀ ਦਾ ਉਹਨਾਂ ਦਾ ਸਟੇਟਸ ਹੈਗਾ, ਜਿਹੜੇ ਮਾਈਨੋਰਿਟੀਜ਼ ਨੂੰ ਬੈਨੀਫਿਟ ਮਿਲਣੇ ਚਾਹੀਦੇ ਆ ਉਹ ਵੀ ਉਹਨਾਂ ਨੂੰ ਨਹੀਂ ਮਿਲਦੇ। ਨਾਓ ਵੀ ਟਾਕ ਅਬਾਊਟ ਰੈੱਡ ਕਾਰਡ। ਤੁਸੀਂ ਸਹੀ ਕਿਹਾ ਕਿ ਰੈੱਡ ਕਾਰਡ ਇੱਕ ਫੁੱਟਬਾਲ ਦੇ ਮੈਦਾਨ 'ਚ ਦਿਖਾਇਆ ਜਾਂਦਾ ਜਿਹਦੇ 'ਚ ਆਊਟ ਕੀਤਾ ਜਾਂਦਾ। ਇੱਥੇ ਮੇਰਾ ਰੈੱਡ ਕਾਰਡ ਦਾ ਮਤਲਬ ਸੀਗਾ ਉਹ ਰੈੱਡ ਕਾਰਡ ਜਿਹੜਾ ਟੈਰਰਿਸਟ ਵਿਕਟਿਮਸ ਨੂੰ ਦਿਆ ਜਾਣਾ ਚਾਹੀਦਾ ਸੀਗਾ, ਸੋ ਦੈਟ ਦੇ ਕੁਡ ਗੈਟ ਸਮ ਬੈਨੀਫਿਟ, ਕਿ ਉਹਨਾਂ ਦੇ ਜ਼ਖਮ ਥੋੜੇ ਬਹੁਤ ਭਰ ਜਾ ਸਕਣ। ਜਿਹਦੇ ਘਰ ਦਾ ਜਾਂਦਾ ਉਹਦਾ ਜ਼ਖਮ ਨਹੀਂ ਭਰਿਆ ਜਾ ਸਕਦਾ, ਵੀ ਆਲ ਨੋ ਦੈਟ। ਲੇਕਿਨ ਇਹ ਰੈੱਡ ਕਾਰਡ ਉਹ ਰੈੱਡ ਕਾਰਡ ਹੈ ਜਿਹੜਾ ਵਿਕਟਿਮਸ ਨੂੰ ਦਿਆ ਜਾਣਾ ਸੀ, ਜਿਨ੍ਹਾਂ ਦੇ ਬੱਚੇ ਮਾਰੇ ਗਏ, ਜਿਨ੍ਹਾਂ ਦੇ ਘਰਾਂ ਚੋਂ ਕੱਢ ਕੇ ਮਾਰੇ ਗਏ ਲੋਕ, ਜਿਨ੍ਹਾਂ ਦੇ ਬੱਚੇ ਗਾਇਬ ਹੋਏ, ਉਹਨਾਂ ਨੂੰ ਇੱਕ ਰੈੱਡ ਕਾਰਡ ਦਿੱਤਾ ਜਾਣਾ ਸੀਗਾ। ਔਰ RTIs, ਅਗਰ ਤੁਸੀਂ ਡਿਪਾਰਟਮੈਂਟ 'ਚ ਪਈਆਂ RTIs ਉਠਾ ਕੇ ਦੇਖੋ ਤੇ ਲੋਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਹੋਏ ਕਿ ਕਿਹਨੂੰ ਦਿੱਤਾ ਗਿਆ ਰੈੱਡ ਕਾਰਡ, ਕੀ ਕ੍ਰਾਈਟੇਰੀਆ ਸੀ ਪੰਜਾਬ 'ਚ ਰੈੱਡ ਕਾਰਡ ਦੇਣ ਦਾ। ਤੇ ਉਹ ਰੈੱਡ ਕਾਰਡ ਜ਼ਿਆਦਾ ਤਾਂ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਦਿੱਲੀ ਦੇ 84 ਦੇ ਦੰਗਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਆਏ ਸੀ। ਦੇ ਵਰ ਨਾਟ ਹਿੰਦੂ। ਦਿੱਲੀ ਦੇ ਦੰਗੇ ਵੀ ਗਲਤ ਸੀਗੇ, ਕਿਤੇ ਵੀ ਨਰਸੰਹਾਰ ਹੁੰਦਾ ਉਹ ਗਲਤ ਹੈ। ਲੇਕਿਨ ਟ੍ਰੈਜੇਡੀ ਇਹ ਹੈ ਕਿ ਜਦੋਂ ਵੀ ਪੰਜਾਬ ਦੇ ਆਤੰਕਵਾਦ ਦੀ ਗੱਲ ਹੁੰਦੀ ਹੈ ਤੇ ਜਿਹੜਾ ਦਿੱਲੀ ਰਾਇਟਸ ਹੈਗੇ ਆ, ਦਿੱਲੀ ਦੇ ਜਿਹੜੇ ਦੰਗੇ ਹੈਗੇ ਆ, ਉਹਨਾਂ ਨੂੰ ਤੁਸੀਂ ਪੰਜਾਬ ਨਾਲ ਜੋੜ ਕੇ ਦੇਖਦੇ ਹੋ। ਲੇਕਿਨ ਉਹ 10-12 ਸਾਲ 80 ਔਰ 90 ਦੇ ਦਸ਼ਕ 'ਚ ਜੋ ਪੰਜਾਬ ਦੇ ਲੋਕਾਂ ਨੇ ਭੁਗਤਿਆ, ਜੋ ਪਾਰਟਿਕੂਲਰਲੀ ਹਿੰਦੂਆਂ ਨੇ ਪੰਜਾਬ 'ਚ ਭੁਗਤਿਆ, ਉਹਦੀ ਅਸੀਂ ਜ਼ਿਕਰ ਹੀ ਨਹੀਂ ਕਰ ਰਹੇ। ਉਹਨੂੰ ਪੰਜਾਬ ਨਾਲ ਜੋੜਿਆ ਹੀ ਨਹੀਂ ਜਾ ਰਿਹਾ। ਪਾਰਲੀਮੈਂਟ 'ਚ ਹਰਸਿਮਰਤ ਕੌਰ ਬਾਦਲ ਦਾ ਉਹ ਬੜਾ ਜ਼ਬਰਦਸਤ ਭਾਸ਼ਣ, ਸ਼ੀ ਵਾਜ਼ ਅ ਮਿਨਿਸਟਰ, ਜਿਹੜਾ ਉਹਨਾਂ ਨੇ ਦਿੱਲੀ ਦੇ ਦੰਗਿਆਂ ਦੇ ਬਾਰੇ 'ਚ ਬੋਲਿਆ ਸੀਗਾ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ, ਉਹ ਕੋਈ ਨਹੀਂ ਭੁੱਲ ਸਕਦਾ। ਬਟ ਹਾਊ ਡਿਡ ਸ਼ੀ ਫਰਗੇਟ ਕਿ ਉਹਨਾਂ ਦੀ ਆਪਣੀ ਸਟੇਟ 'ਚ 12 ਸਾਲ ਲੋਕਾਂ ਨੇ ਭੁਗਤਿਆ, 10-12 ਸਾਲ ਲੋਕ ਭੁਗਤੇ ਹੈ ਲੋਕਾਂ ਦੇ। ਔਰ ਉਸ ਦੌਰਾਨ ਦੀ ਕੁਝ ਘਟਨਾਵਾਂ ਜਿਹੜੀ ਮੈਨੂੰ ਜਾਣਕਾਰੀ ਮਿਲੀ from 1983 to 2018-19 ਅਰਾਊਂਡ 80 ਘਟਨਾਵਾਂ ਦਾ ਜ਼ਿਕਰ ਮੈਂ ਆਪਣੀ ਬੁੱਕ 'ਚ ਕੀਤਾ। 80 ਆਫ them। ਔਰ ਉਹਨਾਂ 'ਚ ਕੁਝ ਘਟਨਾ ਐਸੀਆਂ ਜਿੱਥੇ 40 ਲੋਕ ਇਕੱਠੇ ਮਾਰੇ ਗਏ। ਅਬੋਹਰ ਦਾ ਕਾਂਡ ਦੇਖੋ ਤੁਸੀਂ, ਅੰਮ੍ਰਿਤਸਰ ਜਿਹੜਾ 1988 'ਚ ਬਲਾਸਟ ਹੋਇਆ, ਲਾਲੜੂ ਦਾ ਕਾਂਡ ਹੈ, ਐਸੇ ਬਹੁਤ ਸਾਰੇ ਕਾਂਡ ਹੈਗੇ ਆ। 40 ਹਿੰਦੂ ਇਕੱਠੇ ਮਾਰੇ ਗਏ ਆ, ਟ੍ਰੇਨਾਂ 'ਚੋਂ ਬੱਸਾਂ 'ਚੋਂ ਉਤਾਰ ਕੇ। ਸੌਰੀ, ਮੇਰਾ ਗਲਾ ਥੋੜਾ ਖਰਾਬ ਹੈ। ਔਰ ਉਹ ਲੋਕ ਉਤਾਰ ਕੇ ਮਾਰੇ ਗਏ, ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ, ਉਹ ਕਿਤੇ ਡਾਕੂਮੈਂਟਡ ਨਹੀਂ ਹੈਗੇ। ਔਰ ਇਹਨਾਂ ਦੇ ਜਿਹੜੇ ਪਰਿਵਾਰਾਂ ਦੇ ਲੋਕ ਸੀਗੇ, ਉਹਨਾਂ ਨੂੰ ਇੱਕ ਰੈੱਡ ਕਾਰਡ ਮਿਲਣਾ ਸੀਗਾ ਸੋ ਦੈਟ ਉਹਨਾਂ ਨੂੰ ਕੁਝ ਬੈਨੀਫਿਟਸ ਮਿਲ ਸਕਣ। ਮੈਂ ਇੱਕ ਫੈਮਿਲੀ ਨੂੰ ਮਿਲੀ ਸੀਗੀ, ਮਿਸਟਰ ਪੁਰੀ ਹੈਗੇ ਆ ਬੱਸੀ ਤੋਂ। 2-3 ਸਾਲ ਪਹਿਲੇ ਉਹਨਾਂ ਦੀ ਮਦਰ ਦੀ ਡੈਥ ਹੋਈ। ਸ਼ੀ ਵਾਜ਼ 93 years old। ਔਰ ਉਹ ਆਪਣੀ ਪੂਰੀ ਜ਼ਿੰਦਗੀ, ਕਿਉਂਕਿ ਉਹਦੇ ਫਾਦਰ ਟੀਚਰ ਸੀ, ਉਹਨਾਂ ਦੀ ਇਲੈਕਸ਼ਨ ਡਿਊਟੀ ਲੱਗੀ ਸੀ, ਸਕੂਲ 'ਚ ਆ ਕੇ ਮਾਰ ਗਏ ਸੀ। ਪੂਰੀ ਜ਼ਿੰਦਗੀ ਉਹ ਰੈੱਡ ਕਾਰਡ ਲਈ ਦਫ਼ਤਰਾਂ ਦੇ ਧੱਕੇ ਖਾਂਦੇ ਰਹੇ, ਉਹਨਾਂ ਨੂੰ ਰੈੱਡ ਕਾਰਡ ਨਹੀਂ ਮਿਲਿਆ। ਅਰਾਊਂਡ 350 ਪੁਲਿਸ ਵਾਲੇ ਟੈਰਰਿਜ਼ਮ 'ਚ ਲੜਨ ਲਈ ਉਹਨਾਂ ਨੂੰ ਇਨਾਮ ਮਿਲਣਾ ਚਾਹੀਦਾ ਸੀਗਾ। ਟੈਰਰਿਜ਼ਮ ਤੋਂ ਬਾਅਦ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਗਏ। Why? Because they were protecting Hindus. They were fighting with terrorists. मैं अपनी बुक च थोड़ा ਜਿਹਾ ਪਿੱਛੇ ਵੀ ਜਾਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਮੈਂ ਬਹੁਤ ਜ਼ਿਆਦਾ ਹਿਸਟਰੀ 'ਚ ਨਹੀਂ ਜਾਊਂਗੀ ਕਿਉਂਕਿ ਫਿਰ ਅਗਰ ਅਸੀਂ ਹਿੰਦੂਆਂ ਦੇ ਉਤਪੀੜਨ ਦੀ ਗੱਲ ਕਰਾਂਗੇ ਤੇ ਫਿਰ ਅਸੀਂ ਤੁਗਲਕ ਔਰ ਔਰੰਗਜ਼ੇਬ ਔਰ ਕੁਤਬੁੱਦੀਨ ਐਬਕ ਔਰ ਇੱਦਾਂ ਦੇ ਬਹੁਤ ਸਾਰੇ ਲੋਕਾਂ ਦੀ ਗੱਲ ਕਰਾਂਗੇ। ਲੇਕਿਨ ਆਈ ਕਮ ਟੂ 1921 'ਚ ਜਿਹੜਾ ਉਹ ਬੰਗਾਲ ਦਾ ਕਾਂਡ ਹੋਇਆ, ਉਹਦੇ 'ਚ
ਉਹਦੇ ਚ 72 ਘੰਟੇ ਚ ਹਿੰਦੂਆਂ ਦਾ ਜੋ ਕਤਲੇਆਮ ਹੋਇਆ, 20,000 ਹਿੰਦੂ ਮਾਰੇ ਗਏ, ਹਿਸਟਰੀ ਚ ਤੁਹਾਨੂੰ ਉੱਥੇ ਕਿਦਾ ਉਹਦਾ ਜ਼ਿਕਰ ਨਹੀਂ ਮਿਲੇਗਾ। that was in 1921. let's come to 1966. ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਤੇ ਪਾਰਲੀਮੈਂਟ ਦੇ ਬਾਹਰ ਗੋ ਹੱਤਿਆ ਨੂੰ ਬੰਦ ਕਰਨ ਲਈ ਜਿਹੜੇ ਸਾਧੂ ਐਜੀਟੇਸ਼ਨ ਕਰ ਰਹੇ ਸੀ ਉਹਨਾਂ ਤੇ ਗੋਲਾਬਾਰੀ ਕੀਤੀ ਗਈ। 6,000 ਦੇ ਅਰਾਊਂਡ ਸਾਧੂ ਹਿੰਦੂ ਮਾਰੇ ਗਏ ਔਰ ਅਨਨੋਨ ਜਗ੍ਹਾ ਤੇ ਦਫਨਾਏ ਗਏ। ਸਾਨੂੰ ਉਹਦਾ ਕਿਤੇ ਜ਼ਿਕਰ ਨਹੀਂ ਮਿਲੇਗਾ। ਯੂ ਵਿਲ ਨਾਟ ਫਾਈਂਡ ਅ ਲਾਈਨ। ਮਹਾਤਮਾ ਗਾਂਧੀ ਦੀ ਹੱਤਿਆ ਹੋਈ, ਬਹੁਤ ਗਲਤ ਹੋਇਆ। ਰਾਸ਼ਟਰਪਿਤਾ ਦੀ ਹੱਤਿਆ ਹੋਈ, ਵੀ ਸਟਿਲ ਕੰਡੈਮ ਇਟ। ਉਹਨਾਂ ਦੀ ਹੱਤਿਆ ਤੋਂ ਬਾਅਦ ਜੋ ਨਰਸੰਹਾਰ ਹੋਇਆ ਬ੍ਰਾਹਮਣਾਂ ਦਾ, ਅਸੀਂ ਉਹਦੀ ਗੱਲ ਕਰਦੇ ਹੋਏ ਵੀ ਡਰਦੇ ਹਾਂ। ਕਿਉਂ? ਵਾਈ? ਮਹਾਤਮਾ ਗਾਂਧੀ ਦੀ ਹੱਤਿਆ ਵੀ ਗਲਤ ਸੀ, ਲੇਕਿਨ ਉਸਦੀ ਹੱਤਿਆ ਤੋਂ, ਉਹਨਾਂ ਦੀ ਹੱਤਿਆ ਤੋਂ ਬਾਅਦ ਜੋ ਨਰਸੰਹਾਰ ਹੋਇਆ, ਅਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ? ਰਾਸ਼ਟਰਪਿਤਾ ਸੀ, ਵੀ ਓ ਹਿਮ ਰਿਸਪੈਕਟ, ਲੇਕਿਨ ਉਹਦੀ ਗੱਲ ਅਸੀਂ ਨਹੀਂ ਕਰਦੇ। ਸੋ ਨਾਓ ਲੈਟਸ ਕਮ ਟੂ ਪੰਜਾਬ। ਰਾਈਟ? ਪੰਜਾਬ ਚ ਹਿੰਦੂਆਂ ਦੇ ਨਾਮ ਤੇ ਹਮੇਸ਼ਾ ਰਾਜਨੀਤੀ ਹੁੰਦੀ ਰਹੀ। ਮੈਂ ਥੋੜਾ ਆਪਣੀ ਬੁੱਕ 'ਚ ਜ਼ਿਕਰ ਕੀਤਾ ਹੈ। 1920 ਤੋਂ ਇਹ ਸਾਰਾ ਉਹ ਸ਼ੁਰੂ ਹੋ ਗਿਆ ਸੀਗਾ। ਫਿਰ ਅਕਾਲੀ ਦਲ ਆਪਣਾ ਅਨੰਦਪੁਰ ਰੈਜ਼ੋਲੂਸ਼ਨ ਲੈ ਕੇ ਆਏ, ਉਹਦੇ ਲਈ ਲੜਦੇ ਰਹੇ। ਉਹਨਾਂ ਦੀਆਂ ਕੁਝ ਡਿਮਾਂਡ ਸੀਗੀਆਂ। 1995 ਚ ਆ ਕੇ ਸ਼ਾਇਦ ਦੇ ਰਿਅਲਾਈਜ਼ ਕਿ ਪੰਜਾਬ ਚ ਹਿੰਦੂਆਂ ਤੋਂ ਬਿਨਾਂ ਉਹਨਾਂ ਦਾ ਉਹ ਨਹੀਂ ਹੈਗਾ, ਤੇ ਉਹਨਾਂ ਦੇ ਆਪਣੇ ਜਿੰਨੇ ਸੰਗਠਨ ਸੀਗੇ ਉਹਨਾਂ ਨੇ ਉਹਦੇ ਚੋਂ ਸਿੱਖ ਵਰਡ ਹਟਾ ਕੇ ਪੰਜਾਬੀ ਵਰਡ ਕਰਤਾ। ਰਾਈਟ? ਲੇਕਿਨ ਉਸ ਦੇ ਬਾਵਜੂਦ ਹਿੰਦੂਆਂ ਦਾ ਸੱਤਾ ਤੇ ਆਉਣ ਲਈ ਸਮਰਥਨ ਚਾਹੀਦਾ ਹੈ। ਬਟ ਡਿਸਪਾਈਟ ਦੈਟ ਪੂਰੇ ਟੈਰਰਿਜ਼ਮ ਦੇ ਪੀਰੀਅਡ 'ਚ ਜਿਹੜੇ ਹਿੰਦੂ ਮੰਦਿਰ ਤੋੜੇ ਗਏ, ਉਹਦੇ ਤੇ ਅੱਜ ਤੱਕ ਕਿਸੇ ਨੇ ਅਫਸੋਸ ਨਹੀਂ ਕੀਤਾ। ਨੋਬਡੀ। then I have another chapter, ਪੰਜਾਬ ਦੀ ਹਿਸਟੋਰੀਕਲ ਬੈਕਗਰਾਉਂਡ, ਕਿ ਕੀ ਗਲਤੀਆਂ ਹੋਈਆਂ, ਪੋਲੀਟੀਕਲੀ ਕੀ ਮਿਸਟੇਕਸ ਹੋਈਆਂ। ਕਿਆ ਮੁਰਾਰਜੀ ਦੇਸਾਈ ਨੇ, ਆਪਣੇ ਐਕਸ ਪ੍ਰਾਈਮ ਮਿਨਿਸਟਰ, ਆਈ ਰਿਸਪੈਕਟ ਹਿਮ, ਉਹਨਾਂ ਨੇ ਜਦੋਂ ਸਿੰਧ 'ਚ ਪਾਕਿਸਤਾਨ ਦੇ ਖਿਲਾਫ ਹੋ ਰਿਹਾ ਐਜੀਟੇਸ਼ਨ ਤੋਂ ਹੱਥ ਖਿੱਚਿਆ, ਉਸ ਤੋਂ ਬਾਅਦ ਪੰਜਾਬ ਦਾ ਆਤੰਕਵਾਦ ਫੈਲ ਗਿਆ। that is a history। ਹੁਣ ਪੰਜਾਬ ਦੀ ਔਰ ਉਹ ਸਾਰੇ ਜਿੰਨੀ ਫੁੱਲਾਂ ਸੀਗਾ ਉਹ ਕੈਨ ਯੂ ਹੀਅਰ ਮੀ? यस, थोड़ा इनको हो रहा है, थोड़ा गड़बड़ है। वरिंदर जी चलिए, वरिंदर का म्यूट कर लो। हेलो, अच्छा पंजाब च बोलो। ਪੰਜਾਬ 'ਚ ਅਸੀਂ ਅਗਰ ਗੱਲ ਕਰਾਂ ਤੇ ਬਹੁਤ ਸਾਰੀ ਰਾਜਨੀਤਿਕ ਭੁੱਲਾਂ ਹੋਈਆਂ, ਅੱਜ ਤੋਂ ਨਹੀਂ ਹੋ ਰਹੀਆਂ, ਹਿਸਟੋਰੀਕਲੀ ਹੋ ਰਹੀਆਂ। ਔਰ ਜਿੰਨੀ ਭੁੱਲਾਂ, ਜਿੰਨਾ 1947 ਦਾ ਪਾਰਟੀਸ਼ਨ ਸੀ, ਉਹ ਸਭ ਤੋਂ ਜ਼ਿਆਦਾ ਪੰਜਾਬ ਨੇ ਭੁਗਤਿਆ। ਲੇਕਿਨ ਉਹ ਜੋ ਹੋ ਰਿਹਾ ਉਹ ਅੱਜ ਵੀ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਇੱਕ ਸੋਚੀ ਸਮਝੀ ਸਾਜ਼ਿਸ਼ ਸੀ, ਸਿੱਖ ਸਟੇਟ ਬਣਾਉਣੀ ਸੀ, ਤੇ ਉਹ ਇੱਕ ਖਾਲਿਸਤਾਨ ਮੂਵਮੈਂਟ ਚੱਲਿਆ, ਉਹ ਹਿੰਦੂਆਂ ਨੇ ਭੁਗਤਿਆ। ਕਿੰਨੇ ਹਿੰਦੂ ਪੰਜਾਬ ਛੱਡ ਕੇ ਗਏ, ਕਿੰਨੇ ਮਾਰੇ ਗਏ, ਕੀ ਹੋਇਆ ਉਹਨਾਂ ਨਾਲ, ਕੋਈ ਡਾਕੂਮੈਂਟਡ ਹੀ ਨਹੀਂ ਹੈਗਾ। ਮੈਨੂੰ ਕੁਝ ਲੋਕਾਂ ਨੇ ਦੱਸਿਆ ਕਿ ਦਿੱਲੀ ਉਸ ਦੌਰਾਨ ਕੁਝ ਰਿਫਿਊਜੀ ਕੈਂਪ ਬਣਾਏ ਗਏ ਸੀ। ਵੈਂਟ ਟੂ ਪਾਪੀ ਰਾਗੜੀ ਆਲਸੋ, ਤੇ ਉੱਥੇ ਕੁਝ ਰਿਫਿਊਜੀ ਕੈਂਪਸ ਬਣਾਏ ਗਏ ਸੀ ਜਿੱਥੇ ਲੋਕਾਂ ਨੂੰ ਸ਼ਾਇਦ 2,000 ਰੁਪਇਆ ਮਹੀਨਾ ਮਿਲਦਾ ਸੀਗਾ। ਲੇਕਿਨ ਲੋਕਾਂ ਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਉੱਥੇ ਉਹਨਾਂ ਨੂੰ 2,000 ਮਿਲਦਾ ਹੈ। ਸੋ ਕੁਝ ਕਰਨਾਲ ਚਲੇ ਗਏ, ਕੁਝ ਹਿਮਾਚਲ ਦੇ ਬਾਰਡਰ ਏਰੀਆਸ ਆ ਗਏ, ਕਿਤੇ ਕਿਤੇ ਗਏ, ਕੋਈ ਡਾਕੂਮੈਂਟਡ ਨਹੀਂ। ਮੈਂ ਕੋਸ਼ਿਸ਼ ਕੀਤੀ, ਕੁਝ ਫੈਮਲੀਜ਼ ਨੂੰ ਮਿਲ ਕੇ ਆਈ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਵਿਚਾਰੇ ਨੇ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਲਈ ਆਵਾਜ਼ ਨਹੀਂ ਉਠਾਈ। ਇੰਨੀ ਬੁਰੀ ਤਰ੍ਹਾਂ ਉਹ ਬਿਖਰ ਚੁੱਕੇ ਸੀਗੇ ਕਿ ਆਪਣੀ ਬਹੂ ਬੇਟੀਆਂ ਨੂੰ ਬਚਾਉਣ ਲਈ ਰਾਤੋਂ ਰਾਤ ਆਪਣੀ ਪ੍ਰਾਪਰਟੀ ਛੱਡ ਕੇ ਉਹ ਚਲੇ ਗਏ। ਕਿੱਦਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੁਬਾਰਾ ਖੜੀ ਕੀਤੀ। ਉਹ ਦੁਬਾਰਾ ਖੜੇ ਹੁੰਦੇ ਜਾਂ ਇਨਸਾਫ ਮੰਗਦੇ, ਚੋਇਸ ਨਹੀਂ ਸੀ ਉਹਨਾਂ ਕੋਲ, ਉਹਨਾਂ ਨੇ ਖੜੇ ਹੋਣਾ ਸੀ ਦੁਬਾਰਾ। ਮੈਂ ਇੱਕ ਫੈਮਲੀ ਨੂੰ ਮਿਲ ਕੇ ਆਈ ਕਰਨਾਲ, 10 ਕਮਰਿਆਂ ਦਾ ਮਕਾਨ, ਰਾਤ ਨੂੰ ਬੋਰਡ ਲੱਗ ਗਿਆ ਔਰ ਰਾਤੋਂ ਰਾਤ ਛੋੜ ਕੇ ਕਰਨਾਲ ਆਏ। ਟਰੱਕ 'ਚ ਸਮਾਨ ਰੱਖ ਕੇ ਘਰ ਲੱਭ ਰਹੇ ਸੀਗੇ ਕਰਨਾਲ 'ਚੋਂ। ਅੱਜ ਵੀ ਉਹ ਫੈਮਿਲੀ ਹਾਲ 'ਚ ਹੈ, ਕੁਝ ਅੰਬਾਲਾ 'ਚ ਆ ਗਏ। ਇਸ ਤਰ੍ਹਾਂ ਦੀ ਘਟਨਾਵਾਂ ਪੰਜਾਬ 'ਚ ਬਿਖਰੀਆਂ ਪਈਆਂ, ਲੇਕਿਨ ਕਿਸੇ ਨੇ ਨਹੀਂ ਸੋਚਿਆ ਕਿ ਥੋੜਾ
ਇਕੱਠਾ ਕਰਕੇ ਇੱਕ ਸਮ ਅਪ ਕਰਕੇ ਤੇ ਦੱਸਿਆ ਜਾਏ ਕਿ ਉੱਥੇ ਲੋਕਾਂ ਨਾਲ ਕੀ ਹੋਇਆ। ਹੁਣ ਹਿਸਟੋਰੀਕਲ ਭੁੱਲਾਂ ਤਾਂ ਬਹੁਤ ਸਾਰੀਆਂ ਹੋਈਆਂ। ਆਪਾਂ ਅਗਰ ਮੁਰਾਰਜੀ ਦੇਸਾਈ ਤੋਂ ਸ਼ੁਰੂ ਕਰੀਏ ਤੇ ਆਪਾਂ ਨਰਸਿਮਹਾ ਰਾਓ ਵੀ ਆ ਜਾਂਦੇ, ਵੀਪੀ ਸਿੰਘ ਵੀ, ਚੰਦਰ ਸ਼ੇਖਰ ਵੀ, ਇਹ ਸਾਰੇ ਲੋਕ ਜਿਹੜੇ ਆਤੰਕਵਾਦੀ ਸੰਗਠਨ ਸੀਗੇ ਉਹਨਾਂ ਨਾਲ ਸਮਝੌਤਿਆਂ ਦੀ ਗੱਲ ਕਰਦੇ ਰਹੇ, ਫਾਈਟ ਕਰਨ ਦੀ ਗੱਲ ਨਹੀਂ ਕੀਤੀ ਕਿਸੇ ਨੇ ਵੀ। ਔਰ ਇਹ ਹਿਸਟੋਰੀਕਲ ਫੈਕਟਸ ਹੈਗੇ ਆ। ਕਿੰਨੀਆਂ ਮੀਟਿੰਗਸ ਨਰਸਿਮਹਾ ਰਾਓ ਨੇ ਬਿੰਡਰਾ ਉਹਨਾਂ ਦੇ ਪ੍ਰਤੀਨਿਧੀਆਂ ਨਾਲ ਕੀਤੀਆਂ, ਵੀਪੀ ਸਿੰਘ ਨੇ ਕੀਤੀਆਂ ਜਾਂ ਚੰਦਰ ਸ਼ੇਖਰ ਨੇ ਕੀਤੀਆਂ। ਉਹ ਉਹਨਾਂ ਨਾਲ ਸਮਝੌਤੇ ਦੀ ਗੱਲ ਕਰਦੇ ਰਹੇ। ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਇਹ ਆਤੰਕ ਨੂੰ ਦਬਾਉਣ ਦੀ ਜ਼ਰੂਰਤ ਹੈ, ਔਰ ਉਹਦਾ ਦੰਸ਼ ਸਾਰਾ ਭੁਗਤਿਆ ਹਿੰਦੂਆਂ ਨੇ। ਭਿੰਡਰਾਂਵਾਲੇ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਦੇ ਕਲੋਜ਼ ਕੰਟੈਕਟ ਸੀਗੇ, ਉਹਨਾਂ ਚੋਂ ਕਲੋਜ਼ ਕੰਟੈਕਟ ਸੀਗੇ ਜਿਹੜੇ ਅੱਜ ਕੱਲ੍ਹ ਕੁਝ ਪਾਕਿਸਤਾਨ 'ਚ ਬੈਠੇ ਆ, ਕੁਝ ਕਿਤੇ ਬੈਠੇ ਆ। ਹੁਣ ਵੀ ਚੈਨਲਸ ਜੋ ਕੁਝ ਵੀ ਪੰਜਾਬ 'ਚ ਰੀਸੈਂਟਲੀ ਪ੍ਰਧਾਨ ਮੰਤਰੀ ਨਾਲ ਹੋਇਆ, ਉਸ ਤੋਂ ਬਾਅਦ ਉਹਨਾਂ ਦੀ ਫੋਟੋਆਂ ਦਿਖਾ ਰਹੇ ਆ ਕਿ ਫਲਾਣਾ ਬੰਦਾ ਪਾਕਿਸਤਾਨ, ਵਧਾਵਾ ਪਾਕਿਸਤਾਨ 'ਚ ਬੈਠਾ ਹੈ, ਪੰਜਵੜ ਇੱਥੇ ਬੈਠਾ ਹੈ ਜਾਂ ਨੀਟਾ ਇੱਥੇ ਬੈਠਾ, ਉਹ ਦਿਖਾ ਰਹੇ ਹੈ, ਸਭ ਦਿਖਾ ਰਹੇ। ਉਹਨਾਂ ਦੇ ਅਲੱਗ-ਅਲੱਗ ਸੰਗਠਨ ਬਣ ਗਏ ਸੀਗੇ। ਔਰ ਉਹਨਾਂ ਨੇ ਜੋ ਉਸ ਤੋਂ ਬਾਅਦ ਜੋ ਹਿੰਦੂਆਂ ਦੇ ਉੱਪਰ ਹੋਇਆ, ਬੱਸਾਂ 'ਚ ਉਤਾਰ ਕੇ ਮਾਰੇ ਗਏ, ਘਰਾਂ 'ਚੋਂ ਕੱਢ ਕੇ ਮਾਰੇ ਗਏ, ਜਿੱਥੇ ਹਿੰਦੂਆਂ ਦੇ ਕਲਸਟਰ ਸੀਗੇ ਉੱਥੇ ਬਲਾਸਟ ਕੀਤੇ ਗਏ, ਉਹ ਤਾਂ ਬਹੁਤ ਜ਼ਿਆਦਾ ਵੱਧ ਗਿਆ। ਬਲੂ ਸਟਾਰ ਤੋਂ ਆਮ ਟਾਕਿੰਗ ਅਬਾਊਟ ਬਲੂ ਆਫਟਰ ਦ ਬਲੂ ਸਟਾਰ। ਬਲੂ ਸਟਾਰ ਕਿਉਂ ਹੈ? ਪਹਿਲੇ ਤੁਸੀਂ ਭਿੰਡਰਾਂਵਾਲਾ ਖੜਾ ਕਰਤਾ ਬਿਕੋਜ਼ ਤੁਸੀਂ ਅਕਾਲੀਆਂ ਨੂੰ ਡਿਫੀਟ ਕਰਨਾ ਸੀਗਾ, ਠੀਕ ਹੈ। ਅਕਾਲੀਆਂ ਨੂੰ ਡਿਫੀਟ ਕਰਨ ਲਈ ਤੁਸੀਂ ਸ਼ਹਿ ਦਿੱਤੀ ਭਿੰਡਰਾਂਵਾਲਾ ਇਟਸ ਹਿਸਟੋਰੀਕਲ ਫੈਕਟ ਕਿ ਉਹਨੇ ਕਾਂਗਰਸ ਦੇ ਕੈਂਡੀਡੇਟ ਦਾ ਪ੍ਰਚਾਰ ਵੀ ਕੀਤਾ ਪੰਜਾਬ 'ਚ। ਆਈ ਥਿੰਕ ਐਵਰੀਬਡੀ ਨੋਜ਼ ਇਟ। ਸੋ ਕਾਂਗਰਸ ਕੈਨੋਟ ਡਿਨਾਈ ਦ ਫੈਕਟ ਕਿ ਭਿੰਡਰਾਂਵਾਲਾ ਉਹਨਾਂ ਦਾ ਪਪਟ ਨਹੀਂ ਸੀਗਾ। ਜਿਸ ਵੇਲੇ ਉਹ ਪਪਟ ਉਹਨਾਂ ਦੇ ਹੱਥ ਤੋਂ ਨਿਕਲ ਕੇ ਫੋਰਨ ਤਾਕਤਾਂ ਦੇ ਹੱਥ 'ਚ ਚਲਾ ਗਿਆ, ਦੈਨ ਯੂ ਕੇਮ ਡਾਊਨ ਟੂ ਬਲੂ ਸਟਾਰ, ਠੀਕ ਹੈ। ਉਸ ਤੋਂ ਬਾਅਦ ਇੱਕ ਬਲੈਕ ਥੰਡਰ ਵੀ ਹੋਇਆ, ਠੀਕ ਹੈ। ਬਲੈਕ ਥੰਡਰ ਤੋਂ ਪਹਿਲੇ ਜੋ ਬੁੱਕਸ ਮੈਂ ਪੜ੍ਹੀਆਂ ਉਹਦੇ 'ਚ ਇੱਕ ਬੁੱਕ 'ਚ ਹੈ ਕਿ ਉਹ ਜਿਹੜੀ ਬਲੈਕ ਥੰਡਰ ਤੋਂ ਪਹਿਲੇ ਸਾਰੀ ਰੇਕੀ ਹੋਈ ਸੀਗੀ ਗੋਲਡਨ ਟੈਂਪਲ ਦੇ, ਅਜੀਤ ਡੋਵਾਲ ਨੇ ਕਰਾਈ ਸੀਗੀ। ਤੇ ਇਸ ਦਾ ਮਤਲਬ ਹੈ ਕਿ ਸੈਂਟਰ ਗਵਰਨਮੈਂਟ ਨੂੰ ਬਿਲਕੁਲ ਪਤਾ ਹੈ ਕਿ ਹਾਲੇ ਵੀ ਪੰਜਾਬ 'ਚ ਕੀ ਹੋ ਰਿਹਾ। ਰੀਸੈਂਟਲੀ ਜੋ ਪ੍ਰਧਾਨ ਮੰਤਰੀ ਨੇ ਹੋਇਆ, ਦੈਟ ਇਜ਼ ਕਲੀਅਰ ਕਟ ਐਵੀਡੈਂਸ ਆਫ ਦੈਟ ਕਿ ਪੰਜਾਬ 'ਚ ਹਾਲੇ ਵੀ ਹਿੰਦੂ ਸੁਰੱਖਿਅਤ ਨਹੀਂ ਹੈ। ਉਸ ਤੋਂ ਬਾਅਦ ਦਿੱਲੀ ਗਵਰਨਮੈਂਟ ਆਈ, ਉਹਨੇ 84 ਦੇ ਦੰਗਿਆਂ ਲਈ SIT ਬਣਾਤੀ, ਬਹੁਤ ਕੁਛ ਹੋਇਆ, ਪਾਰਲੀਮੈਂਟ 'ਚ ਆਵਾਜ਼ ਉੱਠੀ, ਐਵਰੀਥਿੰਗ ਹੈਪਨ। ਲੇਕਿਨ ਅਫਸੋਸ ਇਹ ਹੈ ਕਿ ਜਿਹੜੀ ਖਾਲਿਸਤਾਨ ਲਿਬਰੇਸ਼ਨ ਫੋਰਸ ਸੀ 1980 ਤੋਂ ਲੈ ਕੇ 1993 ਤੱਕ ਹਿੰਦੂਆਂ ਦੇ ਕਲਸਟਰਸ 'ਚ ਮੈਕਸਿਮਮ ਬੌਂਬ ਬਲਾਸਟ ਦੀ ਜਿਹੜੀ ਜ਼ਿੰਮੇਵਾਰੀ ਸੀ ਉਹਨਾਂ ਨੇ ਲਈ। ਅਸੀਂ ਉਹਨੂੰ ਬੈਨ ਕਦੋਂ ਕੀਤਾ? 2018 'ਚ, ਜਦੋਂ ਸ਼ਾਇਦ ਰਵਿੰਦਰ ਗੋਸਾਈ ਨੂੰ ਮਾਰਿਆ। SFJ ਫੰਡਿੰਗ ਕਰ ਰਹੇ ਹੈਗੇ। ਪੰਜਾਬ ਦੀ ਜਿਹੜੀ ਖਾਲਿਸਤਾਨ ਮੂਵਮੈਂਟ ਸੀ ਉਹਦੀ ਸਭ ਤੋਂ ਬੜੀ ਫੰਡਿੰਗ ਕੀਤੀ SFJ ਨੇ। ਅਸੀਂ SFJ ਨੂੰ ਬੈਨ ਕੀਤਾ 2020 'ਚ, ਜਦੋਂ ਉਹਨੇ ਗੋਲਡਨ ਟੈਂਪਲ ਤੋਂ ਰੈਫਰੈਂਡਮ ਦੀ ਗੱਲ ਕੀਤੀ। ਉਸ ਤੋਂ ਪਹਿਲੇ ਨਹੀਂ ਕੀਤਾ। ਅਸੀਂ 40 ਆਰਗੇਨਾਈਜੇਸ਼ਨ ਅਸੀਂ ਅੱਜ ਤੱਕ ਬੈਨ ਕਰ ਚੁੱਕੇ ਹਾਂ ਰੀਸੈਂਟਲੀ, ਕੁਛ ਰੀਸੈਂਟਲੀ ਕੀਤੀਆਂ। ਹੁਣ ਬ੍ਰਿਟੇਨ, ਕੈਨੇਡਾ ਵਗੈਰਾ 'ਚ ਫਿਰ ਰੈਫਰੈਂਡਮ ਹੋ ਰਿਹਾ, ਸਿੱਖ ਸਟੇਟ ਲਈ ਫਿਰ ਰੈਫਰੈਂਡਮ ਹੋ ਰਿਹਾ। ਲੇਕਿਨ ਅਸੀਂ ਨਹੀਂ ਬੋਲ ਰਹੇ, ਅਸੀਂ ਉਹਦਾ ਬਿਲਕੁਲ ਵਿਰੋਧ ਨਹੀਂ ਕਰ ਰਹੇ ਕਿ ਫੋਰਨ ਲੈਂਡ ਤੇ ਹੋ ਰਿਹਾ। ਲੇਕਿਨ ਉਹਦਾ ਜਿਹੜੇ ਰਿਪਰਕਸ਼ਨ ਹੈ ਉਹ ਸਾਨੂੰ ਆਪਣੀ ਲੈਂਡ ਤੇ ਦਿਖਾਈ ਦੇਣੀ ਹੈ, ਲੇਕਿਨ ਅਸੀਂ ਨਹੀਂ ਬੋਲ ਰਹੇ ਹਾਂ। ਉਸ ਤੋਂ ਬਾਅਦ ਪੰਜਾਬ ਦੇ ਉਹਦੇ ਲਈ 9 ਆਯੋਗ ਬਣੇ। ਮੈਂ ਆਪਣੀ ਬੁੱਕ 'ਚ ਲਿਖਿਆ 9 ਆਯੋਗ। ਹਿਊਮਨ ਰਾਈਟਸ ਕਮਿਸ਼ਨ, ਐਮਨੈਸਟੀ ਇੰਟਰਨੈਸ਼ਨਲ, इंटरनेशनल ह्यूमन राइट्स वॉच, बहुत सारे संगठन। 9 आयोग की अगर कोई रिपोर्ट है तो पढ़ के देखो कि ਉਹਦੇ 'ਚ ਹਿੰਦੂਆਂ ਦਾ ਜ਼ਿਕਰ है नहीं है। इट्स अ बिग क्वेश्चन मार्क। नहीं है। ह्यूमन राइट्स ने 30 साल तक केस नहीं रजिस्टर किया पंजाब के हिंदुओं का कि साडे प्रीव्यू च नहीं आता। ह्यूमन राइट्स ने केस रजिस्टर किया मई 2020 च। मिस्टर विजय सिंह भारद्वाज की पहली एप्लीकेशन है जिदे च उन्होंने लिखा 33,000 हिंदू मारे गए। ठीक है। एक होर ऑर्गेनाइजेशन है कि वो बहुत देर तो कर रहे, वो कहते हैं 35,000। एक आतंकवाद
ਸੰਗਠਨ ਬਣਿਆ ਸੀ ਆਤੰਕਵਾਦ ਪੀੜਿਤ ਸੰਗਠਨ, ਉਹਨਾਂ ਨੇ ਵੀ ਜ਼ਿਕਰ ਕੀਤਾ ਹੈ 35,000 ਹਿੰਦੂਆਂ ਦੇ ਮਾਰੇ ਜਾਣ ਦਾ। ਹਿਊਮਨ ਰਾਈਟਸ ਵਾਚ ਦੀ ਰਿਪੋਰਟ ਕਹਿੰਦੀ ਹੈ ਕਿ ਜਿਹੜੇ ਪੰਜਾਬ ਤੋਂ ਪਲਾਇਨ ਕਰਕੇ ਆਏ ਕੋਈ 38,000 ਲੋਕ ਸੀਗੇ ਜਿਹੜੇ ਦਿੱਲੀ ਕੈਂਪਸ ਚ ਆਏ। ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ। ਉੱਥੇ ਤਾਂ 38,000 ਗਏ, ਜਿਹੜੇ ਬਾਕੀ ਸਟੇਟ ਚ ਬਾਕੀ ਏਰੀਆ ਚ ਗਏ ਉਹਨਾਂ ਦਾ ਕੁਝ ਨਹੀਂ ਪਤਾ। ਨੋਬਡੀ ਨੋਜ਼ ਵੇਅਰ ਦੇ ਆਰ, ਕਿਸ ਹਾਲ ਚ ਗਏ, ਕਿੱਦਾਂ ਉਹ ਖੜੇ ਹੋਏ ਦੁਬਾਰਾ, ਕਿਸੇ ਨੂੰ ਨਹੀਂ ਪਤਾ। 38,000 ਹਿਊਮਨ ਰਾਈਟਸ ਵਾਚ ਦੀ ਰਿਪੋर्ट है। बट मैं बहुत सी फैमिलीज में दिल्ली मिलके आई, स्पेशली पीरागढ़ी, जहांगीरपुरी तो हम पाकिस्तान तो आए हिंदू हो गया। पीरागढ़ी अज भी वो लोग बैठे जिन्हों की रजिस्ट्रेशन नहीं हुई, किसी गिनती च नहीं आते। डीडीए ने उन्होंने एक फ्लैट की स्कीम निकाली थी, जेड़े तो रजिस्टर्ड थे उन्होंने मिले, और लेकिन वो इतने रेट थे कि अद्धे से ज्यादा लोगों पे ही नहीं कर पाए। लेकिन पे अद्धे तो ज्यादा लोग अफोर्ड नहीं कर पाए। यार पीरा काफी साल बाद वो स्कीम आई सी, तो उत्थे लोगों ने छोटी छोटी दुकाना खोलिया, दे कुंड गो आस पास के स्कूलों च उन्होंने अपने बच्चे दाखिल करते थे, तो दे कुंड टेक द एडवांटेज ऑफ दैट स्कीम। ठीक है, जेडे रजिस्टर नहीं हुए वो कितने जाते हो, आज भी बेचारे देखो किस हाल च रह रहे हैं। आविश पीरागढ़ी जाके देखो, वो लोग ओपनली बोलना नहीं चाहते। मैं 3 दिन अपने फोटोग्राफर नाल पीरागढ़ी घूमती रही, दुख सुनाते। बहुत सारी ओल्ड लेडीज अज भी पंजाब वापस आना चाहती है, लेकिन उन्होंने वापस आने का कोई रास्ता नहीं बन रहा। कश्मीर च हिंदुओं का पलायन होया, कई साल तक होया, बहुत दुख है। उन्होंने भी इंसाफ अज तक नहीं मिलया, लेकिन उन्होंने आवाज उठी। गवर्नमेंट हुण भी उन्होंने वापस पहुंचाने की स्कीमां लेके आ रहे हैं। वो भी एक बहुत दुखदाई चैप्टर है साडी हिस्ट्री का, लेकिन पंजाब के हिंदू नूं इंसाफ दिलाने की गल ही नहीं हो रही। नोबडी टॉक्स अबाउट दैट कि अगर वो पंजाब तो बाहर है, दे वांट टू कम बैक, तो कोई रास्ता दे उन्होंने वापस आने का। उन्होंने जिहड़ी प्रॉपर्टीज छीनियां गई वो वापस दिलाने की एक एफर्ट तो होवे, नहीं हुंदी। नथिंग हैपेंड। ह्यूमन राइट्स ने आके 30 साल बाद केस रजिस्टर किया, 9 आयोग बने, किसी हिंदुओं की गल नहीं हैगी। हिंदुओं लिए इंसाफ की कोई SIT अज तक नहीं हैगी। देन कम्स एमनेस्टी इंटरनेशनल, सानू सबनू पता हु इज फंडिंग दैट ऑर्गेनाइजेशन, ओदी बैकग्राउंड की है। पंजाब दे ह्यूमन राइट्स वायलेशन ते ओदी एक 43 पेज दी रिपोर्ट है एमनेस्टी इंटरनेशनल दी। पूरी रिपोर्ट तुसी वो पढ़ो, उस पूरी रिपोर्ट च किन्हां दे ह्यूमन राइट्स की गल हो रही है, जेडे टेररिस्ट पकड़े गए सी, जेडे जेलों च बंद किए गए थे, जेडे जेलों तो गायब हुए। ठीक है, पुलिस ने कुछ जातियां कीतियां उस ड्यूरिंग, कोई शक नहीं है, बट जो हिंदुओं नाल होया ओदी गल ही नहीं है। एमनेस्टी इंटरनेशनल नूं उहदे लई पंजाब आने की परमिशन किसी गवर्नमेंट ने नहीं दी थी। इट्स अ फैक्ट। उन्होंने की किया, जो सुनी सुनाई कहानियां सीगियां ओहदे उपर बैठ के अपनी रिपोर्ट बनाती। दिल्ली तो उन्होंने पंजाब आने की परमिशन नहीं मिली, उन्होंने दिल्ली बैठ के अपनी रिपोर्ट बनाती। हुण वो रिपोर्ट कितनी ऑथेंटिक है, एनीबडी कैन गेस इट। उस तो बाद Ranju, just a minute, please. Ranju, I'm thoroughly enjoying your talk. लेकिन एक मैसेज आया था बीच में, and I agree with that person. ये रिकॉर्ड हो रहा है आपका टॉक? प्लीज रिकॉर्ड इट। इसका कोई रिकॉर्डिंग बटन है तो प्लीज डू दैट। ओके, थैंक यू। थैंक यू। I'll just do that. ओके फाइन, देन इट्स ओके। ओके सर, उसके बाद हम बात करेंगे अब जो मैंने तो जिक्र किया, जो पंजाब से विस्थापित होकर हिंदू है उसके दर्द का। वो दर्द मुझे एक इंटरव्यू में पूछा गया कि जेडी हुण तुसी ये गल चक रहे हो ते वो तुसी जख्म कुरेदन की गल नहीं कर रहे। मेरा जवाब सी, जख्म उस वेले भरदे है जिसले उहदे ते मलहम लगाई जाती है।
ਸਰ ਪੰਜਾਬ ਤੇ ਹਿੰਦੂਆਂ ਦੇ ਜ਼ਖਮ ਤੇ ਮਲਮ ਨਹੀਂ ਲਗਾਈ ਸੀ, ਉਹ ਰਿਸ ਰਿਹਾ ਹੈ, ਉਹ ਰਿਸ ਰਿਹਾ ਹੈ ਅੱਜ ਤੱਕ, ਲੇਕਿਨ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਗਈ ਨਾ ਮਲਮ ਲਗਾਉਣ ਦੀ। ਕੋਸ਼ਿਸ਼ ਕਿਸੇ ਪਾਸੇ ਤੋਂ ਹੁੰਦੀ ਤੇ ਉਹਦੇ ਤੇ ਮਤਲਬ ਉਹ ਜ਼ਰੂਰ ਭਰਦਾ ਜ਼ਖਮ। ਤੁਸੀਂ ਰੈੱਡ ਕਾਰਡ ਤੋਂ ਮੈਕਸਿਮਮ ਹਿੰਦੂਆਂ ਨੂੰ ਵੰਚਿਤ ਰੱਖਾ ਗਿਆ, ਮਾਈਨੋਰਿਟੀ ਸਟੇਟਸ ਤੁਸੀਂ ਪੰਜਾਬ 'ਚ ਹਿੰਦੂਆਂ ਨੂੰ ਨਹੀਂ ਦਿੱਤਾ, ਤੇ ਜਿਹੜੇ ਹੋਰ ਬੈਨੀਫਿਟ ਸੀਗੇ ਉਹ ਕੁਛ ਨਹੀਂ ਮਿਲੇ। ਮੈਂ ਗਨੌਲੀ ਇੱਕ ਫੈਮਿਲੀ ਨੂੰ ਮਿਲ ਕੇ ਆਈ ਸੀਗੀ, ਉਹਨਾਂ ਦੇ ਫਾਦਰ ਆਯੁਰਵੈਦਿਕ ਡਾਕਟਰ ਸੀਗੇ, ਸ਼ਾਪ ਤੇ ਬੈਠੇ ਪੂਰੀ AK-47 ਉਹਨਾਂ ਦੀ ਬੋਡੀ 'ਚ ਉਤਾਰ ਕੇ ਗਏ ਸੀਗੇ। ਉਹਨਾਂ ਦੀ ਬੋਡੀ ਮਹੱਲੇ 'ਚ ਪਈ ਰਹੀ, ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ ਸੀਗੇ ਕਿ ਜੇ ਅਸੀਂ ਇਹ ਬੋਡੀ ਉਠਾਵਾਂਗੇ ਤਾਂ ਸਾਨੂੰ ਨਾ ਮਾਰਦੇ। ਇਹ ਹਾਲਾਤ ਸੀਗੇ ਸਰ ਪੰਜਾਬ 'ਚ। ਉਹ ਲੋਕ ਕਿੰਨੇ ਸਾਲ ਧੱਕੇ ਖਾਂਦੇ ਰਹੇ ਸਰਕਾਰੀ ਆਫਿਸਿਸ ਦੇ ਜੌਬ ਲਈ, ਨਹੀਂ ਮਿਲੀ। ਫਾਦਰ ਦੀ ਜੋ ਉਹਨਾਂ ਨੂੰ ਗ੍ਰੈਚੁਇਟੀ ਸੀ 1 ਲੱਖ ਜਾਂ 2 ਲੱਖ ਰੁਪਏ, ਉਹਦੇ ਲਈ 2-3 ਸਾਲ ਧੱਕੇ ਖਾਦੇ ਉਹਨਾਂ ਨੇ। ਔਰ ਇਹ ਹਾਲਾਤ ਬਹੁਤ ਸਾਰੇ ਹਿੰਦੂਆਂ ਨਾਲ ਹੈ ਪੰਜਾਬ 'ਚ। ਜਿਹੜੇ ਤਾਂ ਸਰਕਾਰੀ ਇੰਪਲੋਈ ਸੀਗੇ, ਕਿਸੇ ਨੂੰ 1 ਲੱਖ, ਕਿਸੇ ਨੂੰ 2 ਲੱਖ ਗ੍ਰੈਚੁਇਟੀ ਮਿਲੀ, ਉਹ ਵੀ ਧੱਕੇ ਖਾ ਕੇ ਕਿਸ਼ਤਾਂ 'ਚ ਜਾਂ ਕੈਸੇ ਵੀ। ਲੇਕਿਨ ਜੋ ਸਰਕਾਰੀ ਇੰਪਲੋਈਜ਼ ਨਹੀਂ ਸੀ, ਜਿਹੜੇ ਬੱਚੇ ਬੱਸਾਂ 'ਚੋਂ ਕੱਢ ਕੇ ਮਾਰੇ ਗਏ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਦੇ ਫੈਮਿਲੀ ਨੂੰ ਰੈੱਡ ਕਾਰਡ ਨਹੀਂ ਮਿਲਿਆ। ਮੈਂ ਬਟਾਲਾ ਇੱਕ ਫੈਮਿਲੀ ਨੂੰ ਮਿਲ ਕੇ ਆਈ ਸੀ, ਸ਼ਾਇਦ ਮਿਸਟਰ ਜੈਲ ਸ਼ਰਮਾ, ਸਾਰੇ ਜਾਣਦੇ ਹੋਣਗੇ ਉਹਨਾਂ ਨੂੰ, ਬੜੇ ਅੱਛੇ ਵਰਕਰ ਵੀ ਹੈਗੇ, 90+। ਉਹਨਾਂ ਦੇ 2 ਬੇਟੇ ਬੱਸ 'ਚੋਂ ਕੱਢ ਕੇ ਮਾਰੇ ਗਏ ਸੀਗੇ। ਇੱਕ ਚਿਤਾ ਤੇ ਉਹਨਾਂ ਦੀ ਉਹ ਜਲਾਈ, ਔਰ ਉਹ ਮੈਂ ਜਦੋਂ ਉਹਨਾਂ ਨੂੰ ਮਿਲਣ ਗਈ, ਉਹਨਾਂ ਦਾ ਇੰਨੇ ਕਹਿਣਾ ਸੀਗਾ ਕਿ ਸਨਮਾਨਪੂਰਵਕ ਸ਼ਰਧਾਂਜਲੀ ਉਹ ਦੇ ਦਿਓ, ਕੁਛ ਨਾ ਦਿਓ, ਸਨਮਾਨਪੂਰਵਕ ਸ਼ਰਧਾਂਜਲੀ ਦੇ ਦਿਓ। ਅਬੋਹਰ 40 ਲੋਕ ਮਾਰੇ ਗਏ। ਅੱਜ ਵੀ ਯਾਦ ਹੈ ਸਰ ਲੋਕਾਂ ਨੂੰ ਕਿ ਉਹ ਜਦੋਂ ਪੁਲਿਸ ਸਟੇਸ਼ਨ ਗਏ ਤਾਂ ਦਰਵਾਜ਼ੇ ਤਾਲੇ ਲੱਗੇ ਹੋਏ ਸੀਗੇ ਪੁਲਿਸ ਸਟੇਸ਼ਨ 'ਚ। ਦੇयर ਵਾਸ ਨੋਬਡੀ ਟੂ ਹੈਲਪ them। ਪੁਲਿਸ ਨੂੰ ਲੋਕ ਕਾਲ ਕਰਦੇ ਸੀ, ਪੁਲਿਸ ਨਹੀਂ ਆਉਂਦੀ ਸੀ ਸਰ। ਮੈਂ ਕੁਛ ਇੰਟੀਰੀਅਰਸ ਜਾ ਕੇ ਆਈ ਸਰ। ਇੱਕ ਹੋਰ ਬੜਾ ਮਤਲਬ ਹੈਰਾਨ ਕਰਨ ਵਾਲਾ ਐਂਡ ਹੌਰੀਫਾਈਂਗ ਫੈਕਟ ਇਹ ਹੈ ਕਿ ਉਸ ਦੌਰਾਨ ਕਿੰਨੀ ਫੀਮੇਲਸ ਗਾਇਬ ਹੋਈਆਂ, ਕਿੰਨੇ ਸੁਸਾਈਡ ਹੋਏ ਫੀਮੇਲ ਦੇ, ਕੋਈ ਆંકੜਾ ਨਹੀਂ ਹੈ, ਲੇਕਿਨ ਇਹ ਸਟੋਰੀ ਸਰ ਬਿਖਰੀਆਂ ਪਈਆਂ। Nobody talks about that। ਅਗਰ ਉਹ ਸਾਰਾ ਕੋਈ ਉਸ ਸੁਸਾਈਡ ਵਾਲੇ ਆંકੜੇ ਵੀ ਤੁਸੀਂ ਉਸ ਦੌਰਾਨ ਦੇ ਇਕੱਠੇ ਕਰਨ ਸ਼ੁਰੂ ਕਰੋਗੇ ਤਾਂ ਉਹ ਸ਼ੌਕਿੰਗ ਹੈਗਾ ਸਰ। ਇਟਸ ਐਬਸੋਲੂਟਲੀ ਸ਼ੌਕਿੰਗ। ਅੱਜ ਤੱਕ ਵੀ ਲੋਕ ਅਗਰ ਤੁਸੀਂ ਪੁੱਛਣ ਜਾਓ ਤੇ ਹੱਥ ਪਕੜ ਕੇ ਰੋਂਦੇ ਆ ਕਿ ਸਾਨੂੰ ਕੋਈ ਪੁੱਛਣ ਆਇਆ। ਤੁਸੀਂ ਸਭ ਅੰਮ੍ਰਿਤਸਰ ਤੋਂ ਹੋ, ਗੋਲਡਨ ਟੈਂਪਲ ਦੇ ਪਿੱਛੇ ਕ੍ਰਿਸ਼ਨਾ ਮੁਹੱਲਾ ਹੈ ਸਰ, ਜਾ ਕੇ ਆਓ, ਉੱਥੇ ਪਤਾ ਲੱਗੇਗਾ, ਲੋਕ ਦੱਸਣਗੇ ਕਿ ਰਾਤ ਨੂੰ ਕਿੱਦਾਂ ਗੋਲੀਆਂ ਚਲਾਉਂਦੇ ਹੋਏ ਲੋਕ ਨਿਕਲਦੇ ਸੀਗੇ ਉੱਥੋਂ, ਔਰ ਜੋ ਗੋਲਡਨ ਟੈਂਪਲ ਚੋਂ ਆਵਾਜ਼ਾਂ ਆਉਂਦੀਆਂ ਸੀਗੀਆਂ ਉਸ ਵੇਲੇ ਉਹ ਸੁਣੀਆਂ ਲੋਕਾਂ ਨੇ। ਲੋਕ ਲਾਈਟਾਂ ਨਹੀਂ ਚਲਾਉਂਦੇ ਸੀ ਫਿਰ ਆਪਣੇ ਘਰਾਂ ਦੀਆਂ। ਇਹ ਹਾਲਾਤ ਸੀਗੇ ਉਸ ਵੇਲੇ। ਅਫਸੋਸ ਹੈ ਕਿ ਅਸੀਂ 84 ਦੇ ਦੰਗਿਆਂ ਦੀ ਗੱਲ ਕਰਦੇ ਹਾਂ, ਅਸੀਂ ਇਹ ਜੋ ਪੰਜਾਬ 'ਚ ਹੋਇਆ ਅਸੀਂ ਉਹਦੀ ਗੱਲ ਨਹੀਂ ਕਰਦੇ। 84 ਦੇ ਦੰਗਿਆਂ ਨੂੰ ਪੰਜਾਬ ਨਾਲ ਜੋੜ ਕੇ ਦੇਖਿਆ ਜਾਂਦਾ। 84 ਦੇ ਦੰਗੇ ਦਿੱਲੀ 'ਚ ਹੋਏ ਸੀ, ਇਟ ਵਾਸ ਵੈਰੀ ਅਨਫੋਰਚੂਨੇਟ, ਲੇਕਿਨ ਜੋ ਪੰਜਾਬ 'ਚ ਹੋਇਆ ਉਹ 10-12 ਸਾਲ ਹੋਇਆ ਹੈ ਸਰ। ਅਸੀਂ ਉਹਦੀ ਗੱਲ ਨਹੀਂ ਕਰਦੇ, ਅਸੀਂ ਉਹਦਾ ਜ਼ਿਕਰ ਨਹੀਂ ਕਰਦੇ। ਵਾਈ? ਕਿਉਂ ਡਰਦੇ ਹਾਂ ਅਸੀਂ ਕੋਈ ਕਦੀ SIT ਦੀ ਨਹੀਂ ਡਿਮਾਂਡ ਕੀਤੀ, ਅਸੀਂ ਕੋਈ ਇਨਸਾਫ ਦੀ ਡਿਮਾਂਡ ਨਹੀਂ ਕੀਤੀ। ਮਤਲਬ ਬੈਠੇ ਲੋਕ ਚੁੱਪਚਾਪ ਕਿਉਂ? ਕਿਉਂਕਿ ਉਹਨਾਂ ਨੂੰ ਕੋਈ ਲੀਡ ਕਰਨ ਵਾਲਾ ਨਹੀਂ ਮਿਲਿਆ। ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦੀ ਗਈ, ਉਹ ਬਹੁਤ ਵੋਕਲ ਸੀਗੇ ਹਿੰਦੂਆਂ ਲਈ। ਹਰਬੰਸ ਲਾਲ ਜੀ ਨੂੰ, ਖੰਨਾ ਜੀ ਨੂੰ ਮਾਰਿਆ ਗਿਆ, ਰਮੇਸ਼ ਜੀ ਨੂੰ ਮਾਰਿਆ ਗਿਆ। ਮਤਲਬ ਹਿੰਦੂ ਲਈ ਜਿਹਨੇ ਵੀ ਆਵਾਜ਼ ਉਠਾਈ ਉਹ ਮਾਰੇ ਗਏ। ਉਸ ਤੋਂ ਬਾਅਦ ਜਿਹੜੇ ਪੰਜਾਬ 'ਚ ਜੋ ਮੇ ਵੀ ਸ਼ਾਇਦ ਲੋਕਾਂ ਨੂੰ ਮੇਰੀ ਗੱਲ ਪਸੰਦ ਨਾ ਆਏ ਕਿ ਪੰਜਾਬ 'ਚ ਜੋ ਹਿੰਦੂ ਲੀਡਰ ਉਭਰੇ, ਜਾਂ ਤਾਂ ਕਾਂਗਰਸ ਦੀ ਛਤਰ ਛਾਇਆ 'ਚ ਉਭਰੇ ਜਾਂ ਉਹ ਅਕਾਲੀਆਂ ਦੀ ਛਤਰ ਛਾਇਆ 'ਚ ਉਭਰੇ। ਉਹ ਸਿਰਫ ਰਾਜਨੀਤੀ ਕਰ ਰਹੇ ਸੀਗੇ ਸਰ। ਕੁਛ ਸੀਗੇ ਜਿੱਦਾਂ ਉਹ ਰੀਸੈਂਟਲੀ ਬਲਬੀਰ ਸਿੰਘ ਜੀ ਨੂੰ ਮਾਰਿਆ ਗਿਆ ਕਿਉਂਕਿ ਉਹ ਇਨਸਾਫ ਦੀ ਆਵਾਜ਼ ਉਠਾ ਰਹੇ ਸੀ, ਇਜ਼ ਨਾਟ ਅ ਹਿੰਦੂ, ਲੇਕਿਨ ਮਾਰਿਆ ਗਿਆ। ਉਹਨਾਂ ਦੀ ਸਿਕਿਉਰਿਟੀ ਵਿਡਰਾ ਕੀਤੀ ਗਈ। ਕਿਉਂ? ਇਟ ਵਾਸ ਆਲਵੇਜ਼ ਡਨ ਡੈਲੀਬਰੇਟਲੀ। ਹਿੰਦੂਆਂ ਦੀ ਲੀਡਰਸ਼ਿਪ ਪੰਜਾਬ 'ਚ ਉਭਰਨ ਨਹੀਂ ਦਿੱਤੀ ਗਈ। ਜਾਂ ਤਾਂ ਉਹ ਕਾਂਗਰਸੀ ਬਣ ਕੇ ਉਭਰੇ ਜਾਂ ਉਹ ਅਕਾਲੀਆਂ ਦੀ ਛਤਰ ਛਾਇਆ 'ਚ ਉਭਰੇ। ਲੇਕਿਨ ਲੀਡਰ ਬਲਰਾਮ ਜੀ ਦਾਸ ਟੰਡਨ ਜੀ ਵਗੈਰਾ ਵਾਕਈ ਸੀਗੇ ਲੀਡਰ, ਨੋ ਡਾਊਟ। ਲੇਕਿਨ ਅਸੀਂ ਹਿੰਦੂ ਜੋ ਹੈ ਉਹ ਆਪਣੀ ਇੱਕ ਪੋਲੀਟੀਕਲ ਸਟਰੋਂਗ ਫੋਰਸ ਪੰਜਾਬ 'ਚ ਨਹੀਂ ਬਣਾ ਪਾਇਆ। ਪੰਜਾਬ 'ਚ ਚੱਲੀ ਤਾਂ ਸਿਰਫ ਸਿੱਖ ਅਪੀਸਮੈਂਟ ਦੀ ਪੋਲਿਟਿਕਸ ਚੱਲੀ। ਸਿੱਖਾਂ ਨੂੰ ਖੁਸ਼ ਕਰ ਲਓ, SC ਵੋਟ ਲੈ ਲਓ ਤੇ ਤੁਸੀਂ
ਪੰਜਾਬ ਤੇ ਰੂਲ ਕਰ ਸਕਦੇ ਹੋ। ਇਹ ਪੰਜਾਬ ਦੀ ਪਾਲਿਸੀ ਰਹੀ ਹੈ। ਅਪੀਜ਼ਮੈਂਟ ਦੀ ਜਿਹੜੀ ਪੋਲਿਟਿਕਸ ਆ ਉਹ ਹਿੰਦੂ ਦਾ ਪੰਜਾਬ ਦਾ ਇੰਡੀਆ ਦਾ ਸਭ ਤੋਂ ਬੜਾ ਦੁਰ ਬਣ ਗਿਆ। ਮੁਸਲਿਮ ਅਪੀਜ਼ਮੈਂਟ, ਸਿੱਖ ਅਪੀਜ਼ਮੈਂਟ, ਕੋਈ ਹੋਰ ਮਾਈਨੋਰਿਟੀ ਦੀ ਅਪੀਜ਼ਮੈਂਟ, ਐਸਸੀ ਅਪੀਜ਼ਮੈਂਟ। ਅਸੀਂ ਅਪੀਜ਼ਮੈਂਟ ਪੋਲਿਟਿਕਸ ਕਰਦੇ ਹਾਂ। ਅਸੀਂ ਜੋ ਮਾਨਵਤਾ ਦੀ ਪੋਲਿਟਿਕਸ ਹੈ ਅਸੀਂ ਨਹੀਂ ਕਰਦੇ। ਸਾਨੂੰ ਜੋ ਸੂਟ ਕਰਦਾ ਹੈ that community is important for us। ਔਰ ਹਿੰਦੂਆਂ ਦੀ ਵੀਕਨੈਸ ਸਾਡੀ ਇਹ ਹੈ ਕਿ ਅਸੀਂ ਆਪਣੇ ਲਈ ਇਨਸਾਫ ਮੰਗਣ ਲਈ ਇੱਕ ਮੰਚ ਤੇ ਇਕੱਠੇ ਨਹੀਂ। ਬਹੁਤ ਸਾਰੀ ਆਰਗੇਨਾਈਜੇਸ਼ਨ ਹੈਗੀਆਂ, ਕੋਈ ਕਾਂਗਰਸ ਚ ਕਾਂਗਰਸੀ ਹਿੰਦੂ ਹੋ ਗਿਆ, ਕੋਈ ਅਕਾਲੀ ਦਾ ਵੋਟਰ ਹੋ ਗਿਆ, ਕੋਈ ਕਿਸੇ ਪਾਰਟੀ ਚ ਚਲਾ ਗਿਆ, they went to different parties, ਲੇਕਿਨ ਆਪਣੇ ਬ੍ਰਦਰਨਸ ਲਈ, ਆਪਣੇ ਭੈਣ ਭਰਾਵਾਂ ਲਈ ਇਨਸਾਫ ਮੰਗਣ ਲਈ ਇਕੱਠੇ ਨਹੀਂ ਹੋਏ। ਅਰਾਊਂਡ 300 ਟੈਂਪਲਸ ਡਿਊਰਿੰਗ ਟੈਰਰਿਜ਼ਮ ਪੰਜਾਬ ਚ ਤੋੜੇ ਗਏ। ਅਸੀਂ ਨਹੀਂ ਬੋਲੇ, ਅਸੀਂ ਕੋਈ ਆਵਾਜ਼ ਨਹੀਂ ਉਠਾਈ। ਲੇਕਿਨ ਜਦੋਂ ਗੋਲਡਨ ਟੈਂਪਲ ਦੀ ਰਿਸਟੋਰ ਕੀਤਾ ਗਿਆ ਆਫਟਰ ਦ ਬਲੂ ਸਟਾਰ, ਅਸੀਂ ਹਿੰਦੂਆਂ ਨੇ ਵੀ ਉਹਦਾ ਵੈਲਕਮ ਕੀਤਾ। ਵੀ ਇੰਜੋਇਡ ਦੈਟ। ਅਸੀਂ ਜਾ ਕੇ ਮੱਥੇ ਟੇਕੇ ਆ ਉੱਥੇ ਕਿ ਗੋਲਡਨ ਟੈਂਪਲ ਰਿਸਟੋਰ ਹੋਇਆ, ਉਹਦੀ ਸੈਂਕਟਿਟੀ ਬਹਾਲ ਹੋਈ। ਅਸੀਂ ਹਿੰਦੂਆਂ ਨੇ ਵੀ ਉਹਦਾ ਵੈਲਕਮ ਕੀਤਾ। ਪਰ 350 ਮੰਦਿਰ ਤੋੜੇ ਗਏ ਸਰ, ਅਰਾਊਂਡ 300। ਦੈਟਸ ਵਾਟ ਆਈ ਵਾਸ ਟੋਲਡ। ਜ਼ਿਆਦਾ ਵੀ ਹੋ ਸਕਦੇ ਆ। ਅਸੀਂ ਉਹਨਾਂ ਦੀ ਰਿਸਟੋਰੇਸ਼ਨ ਦੀ ਕਦੀ ਗੱਲ ਹੀ ਨਹੀਂ ਕੀਤੀ। ਵਾਈ? ਕਿਉਂ ਚੁਪਾ ਸੀ? ਵਾਈ ਵੀ ਆਰ ਕੁਆਇਟ? ਹੁਣ ਅਸੀਂ ਜੋ ਮੈਂ ਥੋੜਾ ਜਿਹਾ ਆਪਣੀ ਬੁੱਕ ਚ ਅੱਜ ਦੇ ਮਾਹੌਲ ਦਾ ਵੀ ਥੋੜਾ ਜਿਹਾ ਜ਼ਿਕਰ ਕੀਤਾ ਹੈਗਾ, ਤੇ ਮੇਰਾ ਉਹਦਾ ਹੈਗਾ ਕਿ ਹਿੰਦੂ ਭयभीत ਹੈ ਜਾਂ ਸ਼ਾਂਤ ਹੈ। ਹੁਣ ਮੋਸਟ ਆਫ ਅਸ ਆਰ ਹਿੰਦੂ। ਮੈਨੂੰ ਨਹੀਂ ਸਮਝ ਆ ਰਹੀ ਕਿ ਅਸੀਂ ਵਾਕਈ ਭयभीत ਹਾਂ ਜਾਂ ਸ਼ਾਂਤ ਹਾਂ ਜਾਂ ਕੁछ सोच के चुप हाँ। आई डोंट नो। ਅਸੀਂ अगर गीता पढ़ते हैं तो महाभारत है, रामायण पढ़ते हैं तो राम रावण युद्ध भी है। ਅਸੀਂ ਤਾਂ ਇਨਸਾਫ ਦੀ ਲੜਾਈ ਲੜੀ ਹੈ, ਪਰ ਹੁਣ ਅਸੀਂ ਤਿਆਰ ਨਹੀਂ ਹੈ। ਮੇ ਵੀ ਬਹੁਤ ਕੁਝ ਸੋਚ ਕੇ ਜਿਹੜਾ ਹਿੰਦੂ ਹੈ ਉਹ ਪੰਜਾਬ ਚ ਵੀ, ਬੰਗਾਲ ਚ ਵੀ, ਹਰ ਜਗ੍ਹਾ ਚੁੱਪ ਹੈ ਸਰ। ਸ਼ਾਇਦ ਪੰਜਾਬ ਦਾ ਹਿੰਦੂ ਇੰਨਾ ਸਮਝਦਾਰ ਹੈਗਾ कि अगर वो अपनी आवाज उठाएगा तो हो सकता है माहौल बिगड़े। हिंदू माहौल नहीं बिगाड़ना चाहता। पंजाब च माहौल की हालात कीजिए तो माहौल इस वक्त यह है कि पंजाब च इन्वेस्टमेंट पूरी तरह बंद है। पंजाब च तुसी ड्राई पोर्ट खोलिया बंद हो गया। तुसी एक कंपनी दे टारगेट करके तुसी टॉवर्स तोड़े, ते जदों ये सारियां हरकतां होणगियां ते पंजाब च इन्वेस्टमेंट नहीं आएगी। ये मन के चलो। और अगर पंजाब च इन्वेस्टमेंट नहीं आएगी तो पंजाब का यूथ कित्थे जाएगा, किहड़े पासे जाएगा? एक बहुत बड़ा सवाल है सर। मैं अपनी बुक च मेंशन किया है थोड़ा जिहा, जस्ट रीड इट आउट। कुछ अपने थोड़ी जी कुछ इंटरनेशनल ऑर्गेनाइजेशन का भी जिक्र किया है ਜਿਹੜੀਆਂ मतलब पंजाब का माहौल बिगाड़न ਲਈ ਅੱਜ तक भी बहुत ज्यादा एक्टिव है। ਅਸੀਂ ਰੀਸੈਂਟਲੀ ਐਸਐਚਏ ਬੈਨ ਕੀਤੀ ਹੈ। ਬਹੁਤ ਸਾਰੇ ਆਰਗੇਨਾਈਜੇਸ਼ਨ ਕੈਨੇਡਾ ਚ ਬੈਠੇ ਹੈ, ਉੱਥੇ ਰੈਫਰੈਂਡਮ ਹੋ ਰਿਹਾ ਹੈ, ਲੰਡਨ ਚ ਰੈਫਰੈਂਡਮ ਹੋ ਰਿਹਾ ਹੈ ਸਰ, ਤੇ ਬਾਕੀ ਜਗ੍ਹਾ ਰੈਫਰੈਂਡਮ ਹੋ ਰਿਹਾ ਹੈ, ਫੰਡਿੰਗ ਹੋ ਰਹੀ ਹੈ। ਔਰ ਸਭ ਤੋਂ ਬੜੀ ਅਫਸੋਸ ਦੀ ਗੱਲ ਇਹ ਹੈਗੀ ਹੈ ਸਰ ਸਾਡੇ ਨਾਲ ਕਿ ਅਸੀਂ ਜ਼ਾਕਿਰ ਨਾਇਕ ਦੇ ਜਿਹੜੇ ਭਾਸ਼ਣ ਨੈਟ ਤੇ ਉਪਲਬਧ, YouTube ਤੇ ਉਪਲਬਧ, ਅਸੀਂ ਉਹਨਾਂ ਨੂੰ ਬੈਨ ਕਰਨ ਦੀ ਗੱਲ ਕਰਦੇ ਹਾਂ। ਅਸੀਂ ਉਹਦੀ ਰਿਪੈਟਰੀਏਸ਼ਨ ਦੀ ਵੀ ਗੱਲ ਕਰਦੇ ਹਾਂ ਕਿ ਉਹਨੂੰ ਮਲੇਸ਼ੀਆ ਤੋਂ ਵਾਪਸ ਲਿਆਇਆ ਜਾਏ। YouTube ਖੋਲ ਕੇ ਦੇਖੋ ਸਰ, ਭਿੰਡਰਾ ਵਾਲੇ ਦੇ ਭਾਸ਼ਣਾਂ ਨਾਲ ਭਰਿਆ ਪਿਆ। ਪੰਜਾਬ ਚ ਜਗ੍ਹਾ ਜਗ੍ਹਾ ਭਿੰਡਰਾ ਵਾਲੇ ਦੀ ਲਿਟਰੇਚਰ ਵਿਕ ਰਿਹਾ ਹੈ। ਜਸਟ ਲਾਸਟ ਵੀਕ 1 ਜਨਵਰੀ ਨੂੰ ਆਈ ਵਾਸ ਟਰੈਵਲਿੰਗ ਇਨ ਪੰਜਾਬ, ਤੇ ਯੰਗ ਬੱਚੇ ਮੋਟਰਸਾਈਕਲਾਂ ਤੇ ਗਾੜੀਆਂ ਤੇ ਭਿੰਡਰਾ ਵਾਲੇ ਦੇ ਝੰਡੇ ਲਗਾ ਕੇ ਘੁੰਮ ਰਹੇ 1 ਜਨਵਰੀ ਨੂੰ। ਅਸੀਂ ਉਹਦੇ ਬੈਨ ਦੀ ਗੱਲ ਨਹੀਂ ਕਰਦੇ। ਬੜਾ ਅਫਸੋਸ ਹੈ ਸਰ। ਉਹ ਭਾਸ਼ਣ ਸੁਣੋ, ਉਹ ਕਿਸ ਤਰ੍ਹਾਂ ਭੜਕਾਉਂਦੇ ਹੈ। ਇੱਕ ਭਾਸ਼ਣ ਚ ਉਹ ਕਹਿੰਦਾ ਹਿੰਦੂ ਸ਼ਬਦ ਅਰਬੀ ਤੋਂ ਆਇਆ ਹੈ, ਉਹਦੇ ਚ ਉਹਦਾ ਅਰਬੀ ਚ ਉਹਦਾ ਮਤਲਬ ਹੈ ਚੋਰ, ਔਰ ਚੋਰਾਂ ਨੂੰ ਮਾਰਨਾ ਸਾਡਾ ਫਰਜ਼ ਹੈ। ਸਰ ਇਸ ਤਰ੍ਹਾਂ ਦੇ ਬਹੁਤ ਖਤਰਨਾਕ ਭਿੰਡਰਾ ਵਾਲੇ ਦਾ ਲਿਟਰੇਚਰ ਚ ਇੰਟਰਨੈਟ ਭਰਿਆ ਪਿਆ। ਅਸੀਂ ਉਹਨੂੰ ਬੈਨ ਕਰਨ ਦੀ ਗੱਲ ਬਿਲਕੁਲ ਨਹੀਂ ਕਰਦਾ, ਕੋਈ ਆਵਾਜ਼ ਨਹੀਂ ਉਠਾਉਂਦਾ। ਅਸੀਂ ਜ਼ਾਕਿਰ ਨਾਇਕ ਦੇ ਭਾਸ਼ਣ ਬੰਦ ਕਰਨ ਦੀ ਗੱਲ ਕਰਦੇ ਹਾਂ। ਪੰਜਾਬ ਚ ਬਹੁਤ ਸਾਰੇ ਅੱਛੇ ਖਿਲਾੜੀ ਹੋਏ ਪੰਜਾਬ ਨੇ ਦਿੱਤੇ। ਪਿਛਲੇ ਸਾਲ ਕੱਲੂਕਾਰਾ ਤੇ 6 ਜੂਨ ਨੂੰ
ਹਰਭਜਨ ਮਾਨ ਇੱਕ ਬਹੁਤ ਫੇਮਸ ਕ੍ਰਿਕਟ ਪਲੇਅਰ ਹੈਗੇ, ਚਰਚਾ ਹੈ ਕਿ ਸ਼ਾਇਦ ਉਹ ਕਾਂਗਰਸ ਚ ਆਉਣਗੇ। ਉਹਨਾਂ ਨੇ ਭਿੰਡਰਾਂਵਾਲੇ ਦੀ ਤਸਵੀਰ ਨਾਲ ਇੱਕ ਟਵੀਟ ਕੀਤਾ, ਪ੍ਰਣਾਮ ਸ਼ਹੀਦਾਂ ਨੂੰ। ਅਸੀਂ ਉਹਨੂੰ ਅਫੈਂਡ ਨਹੀਂ ਕੀਤਾ। ਜੈਜ਼ੀ ਵੀ ਉੱਥੇ ਬੈਠ ਕੇ ਬਾਹਰ ਵਿਦੇਸ਼ ਚ ਬੈਠ ਕੇ ਭਿੰਡਰਾਂਵਾਲੇ ਤੇ ਗਾਣੇ ਬਣਾਉਂਦੇ, ਅਸੀਂ ਉਹਦੇ ਖਿਲਾਫ ਆਵਾਜ਼ ਨਹੀਂ ਉਠਾਉਂਦੇ। ਹੋਰ ਵੀ ਬਹੁਤ ਸਾਰੇ ਸਿੰਗਰਸ ਹੈਗੇ, ਔਰ ਉਹਦੇ ਤੇ ਜੋ ਪੰਜਾਬ ਚ ਟੈਰਰਿਜ਼ਮ ਹੋਇਆ ਉਹਦੇ ਤੇ ਇੰਨੀਆਂ ਫਿਲਮਾਂ ਬਣੀਆਂ, 84 ਤੇ ਦੰਗਿਆਂ ਤੇ ਬਣੀਆਂ ਬਹੁਤ, ਲੇਕਿਨ ਹਿੰਦੂਆਂ ਨਾਲ ਜੋ ਹੋਇਆ ਨਾ, ਸਾਡੇ ਕਲਾਕਾਰਾਂ ਨੇ ਉਹਦੇ ਤੇ ਕੋਈ ਗਾਣਾ ਬਣਾਇਆ, ਨਾ ਅਸੀਂ ਕੋਈ ਫਿਲਮ ਬਣਾਈ। ਅਸੀਂ 1983 ਬਣਾਈ, ਬਹੁਤ ਸਾਰੀ ਅੱਛੀ ਫਿਲਮਾਂ ਆਈਆਂ, ਦੇਖੋ ਗੁੱਡ ਮੂਵੀਜ਼, ਮੈਂ ਨਹੀਂ ਕਹਿ ਰਹੀ ਖਰਾਬ ਸੀ ਮੂਵੀਜ਼, ਲੇਕਿਨ ਬਣੀਆਂ। ਭਿੰਡਰਾਂਵਾਲੇ ਤੇ ਬਹੁਤ ਸਾਰੀ ਫਿਲਮਾਂ ਤੁਸੀਂ YouTube ਖੋਲਾਂਗੇ, ਫਾਈਨ ਮੂਵੀਜ਼ ਹੋਣੇ। ਅਸੀਂ ਕੀ ਕੀਤਾ ਸਰ? ਅਸੀਂ ਤਾਂ ਆਵਾਜ਼ ਹੀ ਨਹੀਂ ਉਠਾਈ ਕਿ ਅਸੀਂ ਉਹਨੂੰ ਬੈਨ ਕਰੀਏ, ਬਿਲਕੁਲ ਨਹੀਂ ਉਠਾਈ ਸਰ। ਇਹ ਮਤਲਬ ਇਹ ਦੋਗਲੀ ਅਸੀਂ ਕਿਉਂ ਗੇਮ ਖੇਲ ਰਹੇ ਹਾਂ? ਅਸੀਂ ਜ਼ਾਕਿਰ ਨਾਇਕ ਨੂੰ ਬੈਨ ਕਰਨਾ ਹੈ, ਅਸੀਂ ਭਿੰਡਰਾਂਵਾਲੇ ਨੂੰ ਕਿਉਂ ਨਹੀਂ ਬੈਨ ਕਰ ਰਹੇ? YouTube ਤੇ ਉਹਨੂੰ ਬਲੈਕਆਊਟ ਕਿਉਂ ਨਹੀਂ ਕਰ ਰਹੇ? ਅਸੀਂ ਨਹੀਂ, ਅਸੀਂ ਚਾਈਨੀਜ਼ ਸਾਈਟਸ ਵੀ ਸਭ ਬੈਨ ਕਰ ਸਕਦੇ, ਅਸੀਂ ਭਿੰਡਰਾਂਵਾਲੇ ਨੂੰ ਨਹੀਂ ਬੈਨ ਕਰ ਰਹੇ। ਦਿਸ ਇਜ਼ ਅ ਵੈਰੀ ਸੌਰੀ ਸਟੇਟ ਆਫ ਅਫੇਅਰਸ, I must say that. Now, ਪਾਕਿਸਤਾਨ ਚ ਕੀ ਰੋਲ ਹੋਇਆ? ਪਾਕਿਸਤਾਨ ਨੇ ਤਾਂ ਨਨਕਾਣਾ ਸਾਹਿਬ ਨੂੰ ਖਾਲਿਸਤਾਨ ਦਾ ਹੈਡਕੁਆਟਰ ਵੀ ਉਹ ਕਰਤਾ ਸੀਗਾ। ਫਿਰ ਖਾਲਿਸਤਾਨ ਦੇ ਨੋਟਸ, ਖਾਲਿਸਤਾਨ ਦਾ ਝੰਡਾ, ਖਾਲਿਸਤਾਨ ਦਾ ਪਾਸਪੋਰਟ, ਸਭ ਕੁਛ ਤੁਸੀਂ ਇੰਟਰਨੈਟ ਤੇ ਦੇਖ ਸਕਦੇ ਹੋ। ਮੈਂ ਇਸ ਚੀਜ਼ ਦਾ ਆਪਣੀ ਬੁੱਕ ਚ ਵੀ ਜ਼ਿਕਰ ਕੀਤਾ ਕਿ ਜਗਜੀਤ ਸਿੰਘ ਚੌਹਾਨ ਨੇ ਕਿੱਦਾਂ ਬਾਹਰ ਬੈਠ ਕੇ ਇਹ ਸਾਰਾ ਕੁਛ ਜਾਰੀ ਕੀਤਾ ਸੀਗਾ। ਮਤਲਬ ਉਹ ਕਿੰਨੀ ਬੜੀ ਪਲੈਨਿੰਗ ਸੀਗੀ, ਔਰ ਉਹ ਕਿੱਥੋਂ ਫੰਡਿੰਗ ਹੋ ਰਹੀ ਸੀ, ਔਰ ਇਹ ਇੱਕੋ ਹੀ ਸੀਗਾ ਕਿ ਹਿੰਦੂਆਂ ਨੂੰ ਕੱਢ ਕੇ ਇੱਕ ਸਟੇਟ ਬਣਾਈ ਜਾਏ, ਰਾਈਟ। ਚਲੋ ਅੱਛਾ ਹੁਆ, ਬਲੂ ਸਟਾਰ ਹੋ ਗਿਆ। ਉਸ ਤੋਂ ਬਾਅਦ ਜੋ ਵੀ ਵਾਇਲੈਂਟ ਹੋਈ, ਫਿਰ ਬੇਅੰਤ ਸਿੰਘ ਆਏ, KPS ਗਿੱਲ ਆਏ, ਔਰ ਸਿਚੁਏਸ਼ਨ ਕੰਟਰੋਲ ਹੋਈ। KPS ਗਿੱਲ ਨੂੰ ਵੀ ਜਦੋਂ ਉਹਦਾ ਕਰ ਰਹੇ ਸੀ ਵਿੱਚ ਇੱਕ ਵਾਰੀ ਤਾਂ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰਤਾ ਗਿਆ ਸੀਗਾ, ਕਿਉਂਕਿ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸੀਗੀ, ਸੈਂਟਰ ਗਵਰਨਮੈਂਟ, ਉਹਨਾਂ ਨਾਲ ਸਮਝੌਤੇ ਕਰਨ ਦੀ ਕੋਸ਼ਿਸ਼ ਸੀ, ਔਰ ਭਿੰਡਰਾਂਵਾਲੇ ਦੇ ਸਮਝੌਤੇ ਦੀ ਸ਼ਰਤ ਸੀ ਕਿ KPS ਗਿੱਲ ਨੂੰ ਬਾਹਰ ਕੱਢੋ। ਮਿਸਟਰ ਅਟਵਾਲ ਨੂੰ ਮਾਰਿਆ ਗਿਆ ਸੀ, 2 ਘੰਟੇ ਮਿਸਟਰ ਅਟਵਾਲ ਦੀ ਡੈਡ ਬੋਡੀ ਗੋਲਡਨ ਟੈਂਪਲ ਦੇ ਬਾਹਰ ਪਈ ਰਹੀ ਸੀ, ਔਰ ਭਿੰਡਰਾਂਵਾਲੇ ਦੀ ਪਰਮਿਸ਼ਨ ਨਾਲ ਉਹ ਡੈਡ ਬੋਡੀ ਉਠਾਈ ਗਈ। ਸੋ ਹੁਣ ਤੁਸੀਂ ਫਿਰ ਜ਼ਰਾ ਟਰੈਵਲ ਕਰਕੇ ਦੇਖੋ, ਮੈਂ ਰੀਸੈਂਟਲੀ ਪੰਜਾਬ ਦੇ ਬਹੁਤ ਏਰੀਆ ਟਰੈਵਲ ਕੀਤਾ ਆਫਟਰ ਦਿਸ ਕਿਸਾਨ ਅੰਦੋਲਨ। ਮੈਂ ਕਿਸਾਨ ਅੰਦੋਲਨ ਨੂੰ ਗਲਤ ਨਹੀਂ ਕਹਿ ਰਹੀ, ਨਾ ਮੈਂ ਉਸ ਬਾਰੇ ਚ ਕੋਈ ਗੱਲ ਕਰਨਾ ਚਾਹੁੰਦੀ ਹਾਂ, ਲੇਕਿਨ ਕਿਸਾਨ ਅੰਦੋਲਨ ਦੀ ਵਿੱਚ ਜੋ ਤਾਕਤਾਂ ਆਈਆਂ, ਉਹਨਾਂ ਦੇ ਅਸੀਂ ਝੰਡੇ ਵੀ ਦੇਖੇ, ਅਸੀਂ ਸਭ ਦੇਖਿਆ। ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਪਿੰਡਾਂ ਚ ਜਾਓ, ਹਿੰਦੂ ਫਿਰ ਬਾਹਰ ਕੀਤਾ, ਉਹਨੂੰ ਫਿਰ ਡਰਾਇਆ ਜਾ ਰਿਹਾ, ਲੇਕਿਨ ਅਸੀਂ ਇਹ ਚੀਜ਼ ਨੋਟਿਸ ਨਹੀਂ ਕਰ ਰਹੇ। ਕੋਸ਼ਿਸ਼ ਹੈ ਉਹ ਮਾਹੌਲ ਵਾਪਿਸ ਲਿਆਉਣ ਦੀ। ਆਈ ਐਮ ਸ਼ੋਰ ਪੰਜਾਬ ਚੋਂ ਮਾਹੌਲ ਹੁਣ ਵਾਪਿਸ ਨਹੀਂ ਆਏਗਾ, ਕਿਉਂਕਿ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਪਬਲਿਕ ਸਪੋਰਟ ਨਹੀਂ ਹੈ, ਲੇਕਿਨ ਕੋਸ਼ਿਸ਼ਾਂ ਜਾਰੀ। ਹੁਣ ਰੀਸੈਂਟਲੀ ਜੋ ਪ੍ਰਧਾਨ ਮੰਤਰੀ ਨਾਲ ਹੋਇਆ, ਇਹ ਸਾਰਾ ਦਿਖਾਈ ਦੇ ਰਿਹਾ ਕਿ ਪ੍ਰੀ ਪਲਾਨਡ, ਤੇ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਅੱਜ ਵੀ ਪੰਜਾਬ ਚ ਹਿੰਦੂਆਂ ਨਾਲ ਚੱਲ ਰਹੀ ਹੈ। ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਸਾਨੂੰ ਦਿਸ ਇਜ਼ ਅ ਟਾਈਮ ਇਸੇ ਸਾਰੇ ਇਕੱਠੇ ਹੋ ਕੇ ਲੈਟਸ ਸਟੈਂਡ ਫॉर ਹਿੰਦੂ, ਔਰ ਲੈਟਸ ਸਟੈਂਡ ਫॉर द ਇਨਜਸਟਿਸ ਜਿਹੜਾ ਹਿੰਦੂਆਂ ਨਾਲ ਪੰਜਾਬ ਚ ਹੋਇਆ। ਐਂਡ ਮਾਈ ਬੁੱਕ ਇਜ਼ ਅਵੇਲੇਬਲ ਔਨ Amazon, Flipkart, ਔਰ ਮੇਰੇ ਪਬਲਿਸ਼ਰ ਹੈਗੇ ਬਲੂ ਰੋਜ਼, ਉਹਨਾਂ ਦੀ ਸਾਈਟ ਤੇ ਵੀ ਮੇਰੀ ਬੁੱਕ ਅਵੇਲੇਬਲ ਹੈ, ਗਲੋਬਲੀ ਵੀ Amazon ਤੇ ਮੇਰੀ ਬੁੱਕ ਅਵੇਲੇਬਲ ਹੈ, ਔਰ ਤੁਸੀਂ ਆਪਣੇ ਲੋਕਲ ਬੁੱਕ ਸਟਾਲਸ ਵਾਲਿਆਂ ਨੂੰ ਕਹਿ ਕੇ ਆਰਡਰ ਵੀ ਕਰਵਾ ਸਕਦੇ ਹੋ ਬੁੱਕ ਦਾ। ਮਾਈ ਬੁੱਕ ਇਜ਼ ਈਜ਼ੀਲੀ ਅਵੇਲੇਬਲ, ਸੋ ਆਈ ਹੋਪ ਐਨੀਬਡੀ ਹੈਜ਼ ਐਨੀ ਕੁਐਸਚਨ।